ਕਦੋਂ ਇਲੈਕਸ਼ਨ ਹੈ ਹੁਣ ਪੀਡੀਏ ਦੇ ਫਾਈਨਲੀ? ਸਭ ਸਮਿਤੀ ਨਾਲ ਸਾਰਿਆਂ ਨੇ ਫੈਸਲਾ ਕੀਤਾ ਜੀ ਕਿ 26 ਜੂਨ ਨੂੰ ਪੰਜਾਬ ਡਾਇਰ ਐਸੋਸੀਏਸ਼ਨ ਦੇ 7 ਡਾਇਰੈਕਟਰ ਤੇ 5 ਐਗਜ਼ੀਕਿਊਟਿਵ ਬੋਰਡ ਦੇ ਮੈਂਬਰਾਂ ਦੇ ਤਾਜਪੁਰ ਰੋਡ 50 ਐਮਐਲਡੀ ਸੀਟੀਪੀ ਵਾਸਤੇ ਚੁਣਾਵ ਹੋਊਗਾ ਜੀ। ਸੋ 10 ਸਾਲਾਂ 'ਚ ਤਾਂ ਇਲੈਕਸ਼ਨ ਹੋਏ ਨਹੀਂ, ਇਸ ਵਾਰੀ ਇਹੋ ਜਿਹੀ ਕਿਹੜੀ ਗੱਲ ਹੋ ਗਈ ਕਿ ਇਲੈਕਸ਼ਨ ਹੋਣ ਲੱਗ ਪਏ? ਕੋਈ ਆਪਸੀ ਇਹ ਤਾਂ ਨਹੀਂ ਹੈਗੀ ਕਿ ਮੈਂਬਰ ਹੁਣ ਲੜ ਪਏ? ਸਾਡੇ ਜਿਹੜੇ ਇਲੈਕਸ਼ਨ ਹੁਣ ਸੀਟੀਪੀ ਸਾਡਾ ਤਿਆਰ ਹੈ, ਬਿਲਕੁਲ ਤਿਆਰੀ ਹੈ। ਜਦੋਂ ਸਾਡਾ ਬਿਜਲੀ ਦਾ ਕਨੈਕਸ਼ਨ ਮਿਲ ਗਿਆ ਤੇ ਨਾਲ ਦੀ ਨਾਲ ਸਾਡਾ ਸੀਟੀਪੀ ਸ਼ੁਰੂ ਹੋ ਜਾਣਾ ਹੈ। ਇਸ ਲਈ ਅਸੀਂ ਸੀਟੀਪੀ ਦੇ ਇਲੈਕਸ਼ਨ ਦੀ ਤਿਆਰੀ ਕਰ ਲਈ। ਤੇ ਜਿੱਦਾਂ ਅਸੀਂ ਦੇਖਦੇ ਆਏ, ਤੁਸੀਂ ਤੇ ਮੱਕੜ ਸਾਹਿਬ ਨੇ ਸਟਾਰਟਿੰਗ ਪਹਿਲੇ ਦਿਨ ਤੋਂ ਇਹਦੇ ਲਈ ਮਿਹਨਤ ਕੀਤੀ ਹੈ। ਸੋ ਤੁਹਾਡੀ ਪੋਸਟਾਂ ਵੀ ਚੇਂਜ ਹੋਣਗੀਆਂ ਜਾਂ ਤੁਸੀਂ ਦੋਨੋਂ ਫਿਕਸ ਰਹੋਗੇ? ਤਾਜਪੁਰ ਰੋਡ ਦੇ 125 ਮੈਂਬਰਾਂ 'ਚੋਂ ਕੋਈ ਵੀ ਮੈਂਬਰ ਇਸ ਇਲੈਕਸ਼ਨਾਂ 'ਚ ਖੜ ਸਕਦਾ ਹੈ, ਉਹ ਇਲੈਕਸ਼ਨ ਲੜ ਸਕਦਾ ਹੈ। ਸਾਰੇ ਮੈਂਬਰਸ ਨੂੰ ਜਿਨ੍ਹਾਂ ਨੇ ਡਾਇਰੈਕਟਰ ਬਣਨਾ ਚਾਹੁੰਦੇ ਆ ਜਾਂ ਐਗਜ਼ੀਕਿਊਟਿਵ ਮੈਂਬਰ ਬਣਨਾ ਚਾਹੁੰਦੇ ਆ, ਸਾਰਿਆਂ ਨੂੰ ਇਲੈਕਸ਼ਨ ਲੜਨਾ ਪੈਣਾ। ਇਹ ਇਲੈਕਸ਼ਨ ਨਹੀਂ ਲੜੂਗਾ ਤੇ ਉਹਨੂੰ ਆਪਣੀ ਪੋਸਟ ਤੋਂ ਰਿਜ਼ਾਈਨ ਦੇਣਾ ਪੈਣਾ। ਮਤਲਬ ਇਹ ਲਾਅ ਕਨਸਟੀਟਿਊਸ਼ਨ ਤੁਸੀਂ ਬਣਾਇਆ ਹੋਇਆ ਇਹਦਾ? ਹਾਂਜੀ ਹਾਂਜੀ। ਹਰ ਡਾਇੰਗ ਯੂਨਿਟ ਘੱਟ ਵੋਟ ਤਾਂ ਪਾ ਸਕਦਾ ਹੈ, ਪਰ ਉਹ 12 ਤੋਂ 13 ਤੇ ਜ਼ਿਆਦਾ ਵੋਟ ਨਹੀਂ ਪਾ ਸਕਦਾ। ਅਗਰ ਉਹ ਵੋਟ ਜ਼ਿਆਦਾ ਪਾਊਗਾ ਤਾਂ ਉਹਦੀ ਵੋਟ ਇਨਵੈਲਿਡ ਹੋ ਜਾਏਗੀ ਜੀ। ਤੋਂ ਜ਼ਿਆਦਾ ਜਿਨ੍ਹਾਂ ਨੂੰ ਵੋਟਾਂ ਮਿਲਣਗੀਆਂ ਉਹ ਡਾਇਰੈਕਟਰ ਬਣਨਗੇ। ਜਿਹੜੇ ਰਹਿ ਜਾਣਗੇ ਉਹ 5 ਐਗਜ਼ੀਕਿਊਟਿਵ ਬੋਰਡ ਦੇ ਮੈਂਬਰ, ਜਿਹਨਾਂ ਨੂੰ ਘੱਟ ਵੋਟਾਂ ਮਿਲਣਗੀਆਂ ਉਹ ਐਗਜ਼ੀਕਿਊਟਿਵ ਬੋਰਡ ਦੇ ਮੈਂਬਰ ਬਣਨਗੇ। ਬੰਦੇ ਦੀ ਆਪਣੀ ਕਿਸਮਤ ਹੈ ਜੀ। ਮਤਲਬ ਇਹ ਬਿਲਕੁਲ ਲੋਕਤੰਤਰ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਇਲੈਕਸ਼ਨ ਕਰਾਏ ਜਾ ਰਹੇ? ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ। ਮਹੀਨਾ ਪਹਿਲਾਂ ਹੀ ਹਜੇ ਇੱਕ ਤੁਹਾਡੇ ਲੋਕਾਂ ਦੀ ਮੀਟਿੰਗ ਹੋਈ ਸੀ ਡਾਇਰ ਸੀ, ਜਿਹਦੇ ਵਿੱਚ ਤੁਸੀਂ ਸਾਰਿਆਂ ਨੇ ਮਿਲ ਕੇ ਹੱਥ ਖੜੇ ਕਰਕੇ ਜਿਹੜੇ ਅਸ਼ੋਕ ਮੱਕੜ ਜੀ ਹੈ ਉਹਨਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਸੀ। ਚੇਅਰਮੈਨ ਸੀਗੇ ਪਵਨ ਕੁਮਾਰ ਜੀ, ਉਹਨਾਂ ਦੀ ਕੋਵਿਡ ਦੇ ਕਾਰਨ ਡੈਥ ਹੋ ਗਈ ਸੀਗੀ। ਸਾਡੀ ਉਹ ਪੋਸਟ ਖਾਲੀ ਸੀਗੀ, ਇਸ ਲਈ ਅਸੀਂ ਮੱਕੜ ਸਾਹਿਬ ਨੂੰ ਚੇਅਰਮੈਨ ਬਣਾਇਆ ਸੀ। ਆਰੋਪ ਲੱਗਦੇ ਰਹੇ ਕਿ ਤੁਸੀਂ ਬੜੀਆਂ ਮਨਮਾਨੀਆਂ ਕਰ ਰਹੇ ਹੋ ਅੱਜਕੱਲ ਪੀਡੀਏ ਦੇ ਵਿੱਚ। ਈਵਨ ਪ੍ਰਧਾਨ ਜਿਹੜੇ ਚੇਅਰਮੈਨ ਅਸ਼ੋਕ ਮੱਕੜ ਜੀ ਨੇ ਵੀ ਲਗਾਏ, ਉਹਨਾਂ ਦੇ ਕੁਝ ਸਪੋਰਟਰਸ ਨੇ ਵੀ ਲਗਾਏ ਕਿ ਤੁਸੀਂ ਬਹੁਤ ਮਨਮਾਨੀਆਂ ਕਰ ਰਹੇ ਹੈਗੇ ਹੋ। ਤੇ ਇੱਦਾਂ ਤਾਂ ਨਹੀਂ ਇਹ ਇਲੈਕਸ਼ਨ ਵੀ ਤੁਸੀਂ ਜਾਣ ਕੇ ਕਰਾ ਰਹੇ ਹੋ ਕਿਉਂਕਿ ਅਸ਼ੋਕ ਮੱਕੜ ਜੀ ਹੁਣੇ ਚੇਅਰਮੈਨ ਬਣੇ? ਮਾਨੀ ਕਹਿ ਲਓ, ਜੋ ਮਰਜ਼ੀ ਕਹਿ ਲਓ ਜੀ। ਇੱਕ ਬੰਦੇ ਨੂੰ ਥੋੜ੍ਹਾ ਜਿਹਾ ਅਗਰੈਸਿਵ ਹੋਣਾ ਪੈਂਦਾ ਜਾਂ ਉਹਨੂੰ ਥੋੜ੍ਹਾ ਜਿਹਾ ਢੀਠ ਹੋਣਾ ਪੈਂਦਾ, ਉਹ ਮੈਂ ਹੈਗਾ ਜੀ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर रूबरू हो रहे हैं तो अज फिर असीं तुहाडे नाल गलबात करांगे डाइंग इंडस्ट्री की। जी हाँ, लुधियाना दे विच ताजपुर रोड ते जिहड़ा डाइंग इंडस्ट्री वालों एक पीडीए दे अंडर पंजाब डायर्स एसोसीएशन वालों एक 50 MLD का जिहड़ा प्लांट लगाया जा रहा है, उहदी जिहड़ी एक एसोसीएशन है उहदे विच हुण फाइनली इलैक्शन होने की घोषणा कर दी गई है, बिगुल बजा दिता गया है। सो जिथे कि पंजाब दे विच राजनीति माहौल पहले ही गरमाया होया है, सो हुण लुधियाना दी इंडस्ट्रीयल सैक्टर च भी एक राजनीति माहौल गरमा गया है। सो इस मामले च असीं पहुँचे हैं जिहड़े सैकटरी साहब हैगे है पीडीए के करंट जिहड़े मौजूदा सैकटरी है बॉबी जिंदल जी, इन्हां नाल गलबात करते हैं तो पुछते हैं कि ये सारा माहौल कदों इलैक्शन है, कौन कौन खड़ रहा है। सर नमस्कार जी। नमस्कार जी। सर कदों इलैक्शन है हुण पीडीए ਦੇ ਫਾਈਨਲੀ? ਸਰ ਸਾਡੀ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਹੋਈ ਸੀ। ਸਭ ਸਮਿਤੀ ਨਾਲ ਸਾਰਿਆਂ ਨੇ ਫੈਸਲਾ ਕੀਤਾ ਜੀ ਕਿ 26 ਜੂਨ ਨੂੰ ਪੰਜਾਬ ਡਾਇਰ ਐਸੋਸੀਏਸ਼ਨ ਦੇ 7 ਡਾਇਰੈਕਟਰ ਤੇ 5 ਐਗਜ਼ੀਕਿਊਟਿਵ ਬੋਰਡ ਦੇ ਮੈਂਬਰਾਂ ਦੇ ਤਾਜਪੁਰ ਰੋਡ 50 ਐਮਐਲਡੀ ਸੀਟੀਪੀ ਵਾਸਤੇ ਚੁਣਾਵ ਹੋਊਗਾ ਜੀ। ਤਾਂ ਸਰ ਅਸੀਂ ਪਹਿਲੀ ਵਾਰੀ ਸੁਣ ਰਹੇ ਹਾਂ ਜਦ ਕਿ ਪੀਡੀਏ ਮੇਰੇ ਖਿਆਲ 10 ਸਾਲ ਹੋ ਗਏ ਮੈਨੂੰ ਹੀ ਦੇਖਦੇ ਤੁਹਾਡੇ ਨਾਲ ਜੁੜੇ ਹੋਏ। ਸੋ 10 ਸਾਲਾਂ 'ਚ ਤਾਂ ਇਲੈਕਸ਼ਨ ਹੋਏ ਨਹੀਂ, ਇਸ ਵਾਰੀ ਇਹੋ ਜਿਹੀ ਕਿਹੜੀ ਗੱਲ ਹੋ ਗਈ ਕਿ ਇਲੈਕਸ਼ਨ ਹੋਣ ਲੱਗ ਪਏ? ਕੋਈ ਆਪਸੀ ਇਹ ਤਾਂ ਨਹੀਂ ਹੈਗੀ ਕਿ ਮੈਂਬਰ ਹੁਣ ਲੜ ਪਏ? ਸਰ ਸਾਡੇ ਨਾਲ ਲਾਅ ਲਿਖਿਆ, ਸਾਡੇ ਮੈਮੋਰੰਡਮ ਆਫ ਆਰਟੀਕਲਸ 'ਚ ਤੇ ਲਿਖਿਆ, ਸਾਫ਼ ਲਿਖਿਆ ਕਿ ਸਾਡੇ ਜਿਹੜੇ ਇਲੈਕਸ਼ਨ ਹੋਣੇ ਸੀ, ਫਸਟ ਇਲੈਕਸ਼ਨ 2 ਸਾਲਾਂ ਬਾਅਦ ਹੋਣੇ ਸੀ ਜਾਂ ਸੀਟੀਪੀ ਸ਼ੁਰੂ ਹੋਣ ਦੇ ਬਾਅਦ ਹੋਣੇ ਸੀ। ਤੇ ਕਿਉਂਕਿ ਸੀਟੀਪੀ ਸਾਡਾ ਕਿਸੇ ਕਾਰਨਵਸ਼ ਸੀਟੀਪੀ ਸ਼ੁਰੂ ਨਹੀਂ ਹੋ ਸਕਿਆ, ਇਸ ਲਈ ਸਾਡੇ ਜਿਹੜੇ ਇਲੈਕਸ਼ਨ ਹੁਣ ਸੀਟੀਪੀ ਸਾਡਾ ਤਿਆਰ ਹੈ, ਬਿਲਕੁਲ ਤਿਆਰੀ ਹੈ। ਜਦੋਂ ਸਾਡਾ ਬਿਜਲੀ ਦਾ ਕਨੈਕਸ਼ਨ ਮਿਲ ਗਿਆ ਤੇ ਨਾਲ ਦੀ ਨਾਲ ਸਾਡਾ ਸੀਟੀਪੀ ਸ਼ੁਰੂ ਹੋ ਜਾਣਾ, ਇਸ ਲਈ ਅਸੀਂ ਸੀਟੀਪੀ ਦੇ ਇਲੈਕਸ਼ਨ ਦੀ ਤਿਆਰੀ ਕਰ ਲਈ ਹੈ ਜੀ। ਪਰ ਬੋਬੀ ਜੀ ਇਹਦੇ ਵਿੱਚ ਵੀ ਕੋਈ ਇਹੋ ਜਿਹੀ ਗੱਲ ਹੈਗੀ ਹੈ, ਮਤਲਬ ਜਿਹੜੇ ਇਲੈਕਸ਼ਨਾਂ ਦਾ ਮਤਲਬ ਹੈ ਕਿ ਤੁਸੀਂ ਵੀ ਇਲੈਕਸ਼ਨ 'ਚ ਖੜੋਗੇ ਜਿਨ੍ਹਾਂ ਨੇ ਇਹਨੂੰ ਬਣਾਇਆ ਹੈਗਾ? ਸੋ ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਮਤਲਬ ਅਸੀਂ ਇਹ ਸਮਝਦੇ ਸੀ ਅੱਜ ਤੱਕ ਕਿ ਪੀਡੀਏ ਤਾਂ ਫਿਕਸ ਮੈਂਬਰਸ ਹੈਗੇ ਹੈ, ਉਹੀ ਤੁਹਾਡੇ ਮੇਰੇ ਖਿਆਲ 125 ਮੈਂਬਰ ਜਿਵੇਂ ਹੈ। ਅਤੇ ਜਿੱਦਾਂ ਅਸੀਂ ਦੇਖਦੇ ਆਏ, ਤੁਸੀਂ ਅਤੇ ਮੱਕੜ ਸਾਹਿਬ ਨੇ ਸਟਾਰਟਿੰਗ ਪਹਿਲੇ ਦਿਨ ਤੋਂ ਇਹਦੇ ਲਈ ਮਿਹਨਤ ਕੀਤੀ ਹੈ। ਸੋ ਤੁਹਾਡੀ ਪੋਸਟਾਂ ਵੀ ਚੇਂਜ ਹੋਣਗੀਆਂ ਜਾਂ ਤੁਸੀਂ ਦੋਨੋਂ ਫਿਕਸ ਰਹੋਗੇ? ਸਰ ਤਾਜਪੁਰ ਰੋਡ ਦੇ 125 ਮੈਂਬਰਾਂ 'ਚੋਂ ਕੋਈ ਵੀ ਮੈਂਬਰ ਇਸ ਇਲੈਕਸ਼ਨਾਂ 'ਚ
ਖੜ ਸਕਦਾ ਹੈ, ਉਹ ਇਲੈਕਸ਼ਨ ਲੜ ਸਕਦਾ ਹੈ। ਜੀ। ਸਾਰੇ ਮੈਂਬਰਸ ਨੂੰ ਜਿਨ੍ਹਾਂ ਨੇ ਡਾਇਰੈਕਟਰ ਬਣਨਾ ਚਾਹੁੰਦੇ ਆ ਜੀ। ਜਾਂ ਐਗਜ਼ੀਕਿਊਟਿਵ ਮੈਂਬਰ ਬਣਨਾ ਚਾਹੁੰਦੇ ਆ, ਸਾਰਿਆਂ ਨੂੰ ਇਲੈਕਸ਼ਨ ਲੜਨਾ ਪੈਣਾ ਹੈ। ਚਾਹੇ ਉਹ ਪ੍ਰੀਵੀਅਸ ਕੋਈ ਵੀ ਡਾਇਰੈਕਟਰ ਸੀਗਾ, ਚਾਹੇ ਪ੍ਰੀਵੀਅਸ ਕੋਈ ਵੀ ਐਗਜ਼ੀਕਿਊਟਿਵ ਮੈਂਬਰ ਸੀ, ਉਹਨੂੰ ਦੁਬਾਰਾ ਇਹ ਇਲੈਕਸ਼ਨ ਲੜਨੇ ਪੈਣਗੇ। ਜੇ ਉਹ ਇਲੈਕਸ਼ਨ ਨਹੀਂ ਲੜੂਗਾ ਤੇ ਉਹਨੂੰ ਆਪਣੀ ਪੋਸਟ ਤੋਂ ਰਿਜ਼ਾਈਨ ਦੇਣਾ ਪੈਣਾ। ਮਤਲਬ ਇਹ ਲਾਅ ਕਨਸਟੀਟਿਊਸ਼ਨ ਤੁਸੀਂ ਬਣਾਇਆ ਹੋਇਆ ਇਹਦਾ? ਹਾਂਜੀ ਹਾਂਜੀ ਹਾਂਜੀ। ਇੱਦਾਂ ਵੀ ਹੋ ਸਕਦਾ ਹੈ ਕਿ ਉਹ ਕੈਂਡੀਡੇਟ ਖੜਾ ਹੋ ਜਾਵੇ ਤੇ ਸਾਰੇ ਯੂਨੈਮਿਨੇਟਲੀ ਬਣ ਜਾਵੇ ਤੇ ਤੁਹਾਨੂੰ ਤੁਹਾਡੀ ਪੋਸਟ ਤੇ ਜਾਂ ਸਪੋਜ਼ ਕਰੋ ਮੱਕੜ ਸਾਹਿਬ ਦੀ ਪੋਸਟ ਤੇ ਜਾਂ ਕਿਸੇ ਦੀ ਵੀ ਪੋਸਟ ਤੇ ਉਹਦੇ ਫਿਰ ਇਲੈਕਸ਼ਨ ਨਹੀਂ ਹੋਣਗੇ, ਇੱਦਾਂ ਵੀ ਹੋ ਸਕਦਾ? ਨਹੀਂ, ਸਾਡੇ ਜੋ ਡਿਸਾਈਡ ਹੋਇਆ ਹਰ ਪੋਸਟ ਤੇ ਇਲੈਕਸ਼ਨ ਹੋਣਗੇ ਜੀ। ਸਾਡੇ ਕੀ ਹੈ ਜੀ, ਹਰ ਡਾਈਂਗ ਯੂਨਿਟ ਜੀ, ਸਾਡੀ 12 ਪੋਸਟ ਹੈ ਜੀ, 7 ਡਾਇਰੈਕਟਰ ਤੇ 5 ਐਗਜ਼ੀਕਿਊਟਿਵ ਬੋਰਡ ਦੇ ਮੈਂਬਰ ਜੀ। ਉਹ 12 ਪੋਸਟਾਂ ਵਾਸਤੇ ਹਰ ਡਾਈਂਗ ਯੂਨਿਟ 12 ਵੋਟਾਂ ਪਾਊਗਾ ਜੀ। ਓਕੇ। ਹਰ ਬੰਦਾ 12 ਵੋਟਾਂ ਪਾਊਗਾ ਜੀ। 125 ਬੰਦਾ 12 ਵੋਟਾਂ ਪਾਊਗਾ ਜੀ। ਹਰ ਡਾਈਂਗ ਯੂਨਿਟ ਘੱਟ ਵੋਟ ਤਾਂ ਪਾ ਸਕਦਾ ਪਰ ਉਹ 12 ਤੋਂ 13 ਤੇ ਜ਼ਿਆਦਾ ਵੋਟ ਨਹੀਂ ਪਾ ਸਕਦਾ। ਅਗਰ ਉਹ ਵੋਟ ਜ਼ਿਆਦਾ ਪਾਊਗਾ ਤਾਂ ਉਹਦੀ ਵੋਟ ਇਨਵੈਲਿਡ ਹੋ ਜਾਊਗੀ ਜੀ। ਓਕੇ ਜੀ। ਜਿਸ ਕੈਂਡੀਡੇਟ ਨੂੰ, ਜਿਹੜੇ ਪਹਿਲੇ 12 ਕੈਂਡੀਡੇਟਸ ਨੂੰ ਸਭ ਤੋਂ ਜ਼ਿਆਦਾ ਵੋਟ ਪੈਣਗੇ ਜੀ, ਉਹ ਜੇਤੂ ਕਰਾਰ ਕੀਤੇ ਜਾਣਗੇ। ਓਕੇ। ਉਹ 12 ਕੈਂਡੀਡੇਟ ਚੋਂ ਜਿਹੜੇ 7 ਸਭ ਤੋਂ ਜ਼ਿਆਦਾ ਜਿਨ੍ਹਾਂ ਨੂੰ ਵੋਟਾਂ ਮਿਲਣਗੀਆਂ ਉਹ ਡਾਇਰੈਕਟਰ ਬਣਨਗੇ। ਓਕੇ। ਜਿਹੜੇ ਰਹਿ ਜਾਣਗੇ ਉਹ 5 ਐਗਜ਼ੀਕਿਊਟਿਵ ਬੋਰਡ ਦੇ ਮੈਂਬਰ, ਜਿਹਨਾਂ ਨੂੰ ਘੱਟ ਵੋਟਾਂ ਮਿਲਣਗੀਆਂ ਉਹ ਐਗਜ਼ੀਕਿਊਟਿਵ ਬੋਰਡ ਦੇ ਮੈਂਬਰ ਬਣਨਗੇ। ਉਸ ਤੋਂ ਬਾਅਦ 7 ਡਾਇਰੈਕਟਰਾਂ ਵਿੱਚੋਂ ਜਿਹੜੇ 4 ਡਾਇਰੈਕਟਰਾਂ ਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲਣਗੀਆਂ ਉਹੀ ਸਾਡੀ ਸਾਈਨਿੰਗ ਅਥਾਰਟੀ ਹੋਊਗੀ ਉਹਨਾਂ ਕੋਲ। ਓਕੇ। ਬੈਂਕਾਂ ਦੀ ਸਾਈਨਿੰਗ ਅਥਾਰਟੀ ਵੀ ਉਹਨਾਂ ਕੋਲ ਹੋਊਗੀ ਜਾਂ ਪੀਡੀ ਵਾਸਤੇ ਕੋਈ ਵੀ ਲੀਗਲ ਐਗਰੀਮੈਂਟ ਹੈ ਉਹੀ ਉਹ 4 ਬੰਦੇ ਸਾਈਨ ਕਰ ਸਕਣਗੇ। ਉਹ 4 ਬੰਦਿਆਂ ਨੂੰ ਹੁਣ ਦੁਬਾਰਾ ਪੋਸਟਾਂ ਮਿਲਣਗੀਆਂ, ਚਾਹੇ ਉਹ ਚੇਅਰਮੈਨ ਦੀ ਹੋਵੇ, ਚਾਹੇ ਸੈਕਟਰੀ ਦੀ ਹੋਵੇ, ਚਾਹੇ ਐਮਡੀ ਦੀ ਹੋਵੇ, ਚਾਹੇ ਕੈਸ਼ੀਅਰ ਦੀ ਹੋਵੇ, ਚਾਹੇ ਸੀਈਓ ਦੀ ਹੋਵੇ। ਕਿਹੜੀ ਵੀ ਪੋਸਟਾਂ ਦੁਬਾਰਾ ਡਿਸਾਈਡ ਹੋਣਗੀਆਂ ਸਾਰੀਆਂ। ਸੋ ਇਹ ਵੀ ਪੋਸੀਬਲ ਹੈ, ਜਿੱਦਾਂ ਦਾ ਤੁਹਾਡਾ ਕਨਸਟੀਟਿਊਸ਼ਨ ਹੈ ਤੁਸੀਂ ਦੱਸ ਰਹੇ ਹੋ ਉਸ ਹਿਸਾਬ ਨਾਲ ਇਹ ਵੀ ਪੋਸੀਬਲ ਹੈ ਕਿ ਹੋ ਸਕਦਾ ਇਸ ਵਾਰੀ ਤਾਂ ਤੁਸੀਂ ਜਿਵੇਂ ਦੁਬਾਰਾ ਜਿਵੇਂ ਹਜੇ ਤੁਸੀਂ ਸੈਕਟਰੀ ਹੋ ਤਾਂ ਕੱਲ੍ਹ ਨੂੰ ਤੁਸੀਂ ਐਮਡੀ ਵੀ ਬਣ ਸਕਦੇ ਹੋ, ਜਾਂ ਇਹ ਵੀ ਪੋਸੀਬਲ ਹੈ ਕਿ ਹੋ ਸਕਦਾ ਹੈ ਤੁਸੀਂ ਐਜ਼ ਏ ਐਗਜ਼ੀਕਿਊਟਿਵ ਮੈਂਬਰ ਹੀ ਰਹਿ ਜਾਓ। ਸਰ ਕੋਈ ਵੀ, ਹਰ ਬੰਦਾ ਇੱਥੇ ਕੋਈ ਵੀ ਪ੍ਰੋਟੈਸਟ ਕਰੂਗਾ ਜੀ, ਉਹ ਇਲੈਕਸ਼ਨ ਹਾਰ ਵੀ ਸਕਦਾ, ਉਹ ਇਲੈਕਸ਼ਨ ਜਿੱਤ ਵੀ ਸਕਦਾ, ਉਹ ਚੇਅਰਮੈਨ ਵੀ ਬਣ ਸਕਦਾ, ਉਹ ਐਗਜ਼ੀਕਿਊਟਿਵ ਬਣਦਾ। ਹਰ ਬੰਦੇ ਦੀ ਆਪਣੀ ਕਿਸਮਤ ਹੈ ਜੀ। ਓਕੇ। ਮਤਲਬ ਇਹ ਬਿਲਕੁਲ ਲੋਕਤੰਤਰ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਇਲੈਕਸ਼ਨ ਕਰਾਏ ਜਾ ਰਹੇ? ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ ਜੀ। ਓਕੇ। ਸੋ ਅਸੀਂ ਇਹਦੇ ਇਲੈਕਸ਼ਨਾਂ 'ਚ ਪੋਲਿਊਸ਼ਨ ਕੰਟਰੋਲ ਬੋਰਡ ਦੇ ਨੂੰ ਰਿਕੁਐਸਟ ਕਰਾਂਗੇ, ਇੰਡਸਟਰੀ ਡਿਪਾਰਟਮੈਂਟ ਨੂੰ ਰਿਕੁਐਸਟ ਕਰਾਂਗੇ ਤੇ ਡੀਸੀ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਆਪਣਾ ਇੱਕ ਨੁਮਾਇੰਦਾ ਭੇਜਣ। ਉਸ ਤੋਂ ਬਾਅਦ ਅਸੀਂ ਫੋਕਲ ਪੁਆਇੰਟ ਸਾਡਾ ਸੀਟੀਪੀ ਪਲਾਂਟ ਹੈਗਾ, ਉਹਨਾਂ ਦੇ 2 ਅਸੀਂ ਡਾਇਰੈਕਟਰ ਬੁਲਾਵਾਂਗੇ। ਉਸ ਤੋਂ ਬਾਅਦ ਬਹਾਦਰਕੇ ਰੋਡ ਦੇ 2 ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਤੁਸੀਂ ਸਾਡੇ ਪਾਰਟਿਸਿਪੇਟ ਕਰੋ ਤੇ ਸਾਡੇ ਜਿਹੜੇ ਇਲੈਕਸ਼ਨ ਹੋ ਰਹੇ ਆ ਇਹਨੂੰ ਪਾਰਦਰਸ਼ੀ ਤੇ ਟਰਾਂਸਪੇਰੈਂਟ ਤਰੀਕੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰਵਾਓ, ਸਾਡੀ ਹੈਲਪ ਕਰਾਓ। ਪਰ ਮੈਂ ਇੱਥੇ ਬੋਬੀ ਜੀ ਇੱਕ ਚੀਜ਼ ਪੁੱਛਣਾ ਚਾਹਾਂਗਾ ਕਿ ਹਜੇ ਸਾਨੂੰ ਯਾਦ ਆ ਮੇਰੇ ਖਿਆਲ ਨਾਲ ਲੋਕਡਾਊਨ ਲੱਗਣ ਤੋਂ ਮਹੀਨਾ ਕੁ ਪਹਿਲਾਂ ਹੀ ਲੋਕਡਾਊਨ ਦਾ ਆਪਾਂ ਇੱਕ ਜਿਹੜਾ ਮਹੀਨਾ ਲੋਕਡਾਊਨ ਕੱਟ ਲਿਆ, ਇਸ ਤੋਂ ਮਹੀਨਾ ਪਹਿਲਾਂ ਹੀ ਹਜੇ ਇੱਕ ਤੁਹਾਡੇ ਲੋਕਾਂ ਦੀ ਮੀਟਿੰਗ ਹੋਈ ਸੀ ਡਾਇਰਸ ਦੀ, ਜਿਹਦੇ ਵਿੱਚ ਤੁਸੀਂ ਸਾਰਿਆਂ ਨੇ ਮਿਲ ਕੇ ਹੱਥ ਖੜੇ ਕਰਕੇ ਜਿਹੜੇ ਅਸ਼ੋਕ ਮੱਕੜ ਜੀ ਹੈ ਉਹਨਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਸੀ। ਸੋ 1 ਮਹੀਨੇ ਦੇ ਵਿੱਚ ਹੀ ਇੰਨੀ ਕਿਹੜੀ ਐਮਰਜੈਂਸੀ ਆ ਗਈ ਜਦੋਂ ਕੋਵਿਡ ਵੀ ਲੱਗਾ ਹੋਇਆ, ਆਪਾਂ ਇਲੈਕਸ਼ਨ ਕਰਾ ਰਹੇ ਹਾਂ। ਇਹ ਥੋੜ੍ਹੇ ਟਾਲੇ ਵੀ ਜਾ ਸਕਦੇ ਸੀ, ਕੋਵਿਡ ਹੈ, ਕੇਸ ਹੈ, ਆਪਾਂ ਸਾਰੇ ਦੇਖ ਰਹੇ ਹਾਂ, ਬਹੁਤ ਜ਼ਿਆਦਾ ਪ੍ਰੋਬਲਮਸ ਹੈ, ਆਪਣੇ ਨਜ਼ਦੀਕੀ ਲੋਕ ਹੀ ਇਹਦਾ ਸ਼ਿਕਾਰ ਹੋਈ ਜਾ ਰਹੇ। ਸੋ ਇਹ ਸਡਨਲੀ ਕਿਉਂ, ਕੀ ਦਿਮਾਗ 'ਚ ਆਇਆ? ਨਹੀਂ, ਚੇਅਰਮੈਨ ਤਾਂ ਅਸੀਂ ਤਦ ਪੋਸਟ ਸਾਡੀ ਵੇਕੈਂਟ ਹੋ ਗਈ ਸੀ। ਸਾਡੇ ਚੇਅਰਮੈਨ ਸੀਗੇ ਪਵਨ ਕੁਮਾਰ ਜੀ, ਉਹਨਾਂ ਦੀ ਕੋਵਿਡ ਕੇ ਕਾਰਨ ਡੈਥ ਹੋ ਗਈ ਸੀਗੀ। ਸਾਡੀ ਉਹ ਪੋਸਟ ਖਾਲੀ ਸੀਗੀ, ਇਸ ਲਈ ਅਸੀਂ ਮੱਕੜ ਸਾਹਿਬ ਨੂੰ ਚੇਅਰਮੈਨ ਬਣਾਇਆ ਸੀਗਾ ਜੀ। ਹੁਣ ਉਸ ਤੋਂ ਬਾਅਦ ਸਾਡੇ ਤਾਜਪੁਰ ਰੋਡ ਦੇ 5 ਡਾਇਰੈਕਟਰਾਂ ਨੇ ਰਿਜ਼ਾਈਨ ਦੇ ਦਿੱਤਾ ਸੀਗਾ। ਅੱਛਾ, ਮੱਕੜ ਸਾਹਿਬ ਦੇ ਚੇਅਰਮੈਨ ਬਣਨ ਤੋਂ ਬਾਅਦ 5 ਉਹਨਾਂ ਨੇ ਰਿਜ਼ਾਈਨ ਵੀ ਦੇ ਦਿੱਤਾ? ਰਿਜ਼ਾਈਨ ਦੇ ਦਿੱਤਾ ਸੀਗਾ। ਉਹਦੇ ਕਰਕੇ ਜਿਹੜਾ ਸਾਡਾ ਵਰਕਲੋਡ ਸੀਗਾ ਉਹ ਸਾਡੇ ਖਾਲੀ ਮੈਂ ਤੇ ਮੱਕੜ ਸਾਹਿਬ ਰਹਿ ਗਏ ਸੀ ਡਾਇਰੈਕਟਰ। ਅੱਛਾ। ਤੇ ਸਾਡਾ ਜਿਹੜਾ ਵਰਕਲੋਡ ਸੀਗਾ, ਸਾਡਾ ਕੋਈ ਵੀ ਕੰਟੈਕਟ ਸਾਈਨ ਕਰਨ ਲਈ ਤਾਜਪੁਰ ਰੋਡ ਤੇ ਸਾਨੂੰ 3-4 ਬੰਦਿਆਂ ਦੀ ਲੋੜ ਹੁੰਦੀ ਹੈ ਘੱਟੋ ਘੱਟ। 7 ਚੋਂ 4 ਬੰਦਿਆਂ ਦੇ ਸਾਈਨ ਚਾਹੀਦੇ ਹੁੰਦੇ ਆ। ਹੁਣ ਅਸੀਂ ਨਵਾਂ ਕੰਮ ਸਾਡਾ ਤਾਜਪੁਰ ਰੋਡ ਦਾ ਪੈਂਡਿੰਗ ਹੋ ਰਿਹਾ, ਅਸੀਂ 1-2 ਕੰਟੈਕਟ ਸਾਡੇ ਰਹਿੰਦੇ ਆ ਦੇਣ ਵਾਲੇ, ਇਸ ਲਈ ਅਸੀਂ ਉਹ ਜਲਦੀ ਤੋਂ ਜਲਦੀ ਕੰਮ ਪੂਰਾ ਕਰਨਾ ਚਾਹੁੰਦੇ ਹਾਂ ਤਾਂ ਕਿ ਇਲੈਕਸ਼ਨ ਹੋਣ, ਨਵੇਂ ਬੰਦੇ ਆਉਣ, ਉਹਨਾਂ ਦੇ ਸਾਈਨਾਂ ਨਾਲ ਨਵਾਂ ਕੰਮ। ਤੁਸੀਂ ਇਹ ਕਹਿ ਰਹੇ ਹੋ ਕਿ ਵਿਦਆਊਟ ਇਲੈਕਸ਼ਨ ਉਹ ਪੋਸੀਬਲ ਨਹੀਂ ਹੈਗਾ ਨਵਾਂ ਕੰਮ ਟੈਂਡਰਿੰਗ ਹੋਣਾ, ਸੋ ਉਸ ਪ੍ਰਕਿਰਿਆ ਨੂੰ ਤੁਸੀਂ ਪ੍ਰੈਕਟੀਕਲ ਬਣਾਉਣ ਲਈ, ਰੈਗੂਲਰ ਕਰਨ ਲਈ ਤੁਸੀਂ ਇਹ ਇਲੈਕਸ਼ਨ ਕਰਾ ਰਹੇ ਹੋ? ਸਰ, ਸਾਡੇ ਤਾਜਪੁਰ ਰੋਡ ਦੇ ਡਾਈਂਗ ਮੈਂਬਰਸ ਦੀ ਰਿਕੁਐਸਟ ਆਈ ਸੀਗੀ ਕਿ ਇਸ ਵਾਰ ਜਿਹੜੇ ਪੋਸਟਾਂ ਸਰਵਸੰਮਤੀ ਨਾਲ ਨਾ ਫਿਲ ਕੀਤੀਆਂ ਜਾਣ, ਇਹ ਇਲੈਕਸ਼ਨ ਦੇ ਥਰੂ ਹੋਣ। ਇਸ ਲਈ ਅਸੀਂ ਜਨਤਾ ਦੀ ਮੰਗ ਪੂਰੀ ਕੀਤੀ ਹੈ ਜੀ, ਆਪਣੇ ਮੈਂਬਰਸ ਦੀ ਮੰਗ ਪੂਰੀ ਕੀਤੀ ਹੈ ਤੇ ਇਹ ਇਲੈਕਸ਼ਨ ਘੋਸ਼ਿਤ ਕੀਤੇ ਹੈ। ਸਰ, ਇੱਕ ਪਿਛਲੇ ਦਿਨ
ਬੜੇ ਤੁਹਾਡੇ ਤੇ ਆਰੋਪ ਲੱਗਦੇ ਰਹੇ ਹੈ। ਉਸ ਤੋਂ ਬਾਅਦ ਖੈਰ ਤੁਸੀਂ ਕੋਵਿਡ ਦੇ ਉਸ 'ਚ ਚਲੇ ਗਏ ਸੀ, ਇਫੈਕਟਡ ਹੋ ਗਏ ਸੀ, ਪਰ ਆਰੋਪ ਲੱਗਦੇ ਰਹੇ ਹੈ ਕਿ ਤੁਸੀਂ ਬੜੀਆਂ ਮਨਮਾਨੀਆਂ ਕਰ ਰਹੇ ਹੋ ਅੱਜਕੱਲ PDA ਦੇ ਵਿੱਚ। ਈਵਨ ਪ੍ਰਧਾਨ ਜਿਹੜੇ ਚੇਅਰਮੈਨ ਅਸ਼ੋਕ ਮੱਕੜ ਜੀ ਨੇ ਵੀ ਲਗਾਏ, ਉਹਨਾਂ ਦੇ ਕੁਝ ਸਪੋਰਟਰਸ ਨੇ ਵੀ ਲਗਾਏ ਕਿ ਤੁਸੀਂ ਬਹੁਤ ਮਨਮਾਨੀਆਂ ਕਰ ਰਹੇ ਹੈਗੇ ਹੋ। ਤੇ ਇੱਦਾਂ ਤਾਂ ਨਹੀਂ ਇਹ ਇਲੈਕਸ਼ਨ ਵੀ ਤੁਸੀਂ ਜਾਣ ਕੇ ਕਰਾ ਰਹੇ ਹੋ ਕਿਉਂਕਿ ਅਸ਼ੋਕ ਮੱਕੜ ਜੀ ਹੁਣੇ ਚੇਅਰਮੈਨ ਬਣੇ? ਦੇਖੋ, ਇਲੈਕਸ਼ਨਾਂ ਤੋਂ ਕਿਸੇ ਨੂੰ ਘਬਰਾਉਣਾ ਨਹੀਂ ਚਾਹੀਦਾ ਜੀ, ਠੀਕ ਹੈ ਜੀ। ਇਲੈਕਸ਼ਨਾਂ ਤੋਂ ਤਾਂ ਕਿਸੇ ਨੂੰ ਘਬਰਾਉਣਾ ਨਹੀਂ ਚਾਹੀਦਾ। ਨਾ ਹੀ ਮੋਦੀ ਜੀ ਘਬਰਾਉਂਦੇ ਆ ਜੀ, ਨਾ ਹੀ ਰਾਹੁਲ ਗਾਂਧੀ ਜੀ ਘਬਰਾਉਂਦੇ ਆ, ਨਾ ਹੀ ਅਸੀਂ ਘਬਰਾਉਂਦੇ ਆ, ਨਾ ਹੀ ਮੱਕੜ ਸਾਹਿਬ ਘਬਰਾਉਂਦੇ ਆ। ਮਹੀਨੇ 'ਚ ਮੱਕੜ ਸਾਹਿਬ ਵੀ ਦੁਬਾਰਾ ਚੇਅਰਮੈਨ ਬਣ ਸਕਦੇ ਆ, ਕੋਈ ਵੀ ਨਵਾਂ ਚੇਅਰਮੈਨ ਬਣ ਸਕਦਾ। ਇਹ 'ਚ ਕੋਈ ਗੱਲ ਨਹੀਂ ਹੈਗੀ, ਉਹ 'ਚ ਕੋਈ ਫਰਕ ਨਹੀਂ ਹੈਗਾ ਜੀ। ਸਾਡੇ ਜਦ ਮੈਂਬਰ ਸਾਰੇ ਕਹਿ ਰਹੇ ਕਿ ਇਲੈਕਸ਼ਨ ਮੇਰਾ ਕੁਐਸਚਨ ਉਹ ਨਹੀਂ ਹੈਗਾ। ਮੇਰਾ ਕੁਐਸਚਨ ਇਹ ਹੈ ਕਿ ਉਹ ਤੁਹਾਡੇ ਤੇ ਆਰੋਪ ਲੱਗੇ ਸੀ ਕਿ ਤੁਸੀਂ ਬੜੀਆਂ ਮਨਮਾਨੀਆਂ ਕਰ ਰਹੇ ਹੋ, ਕਿ ਇੱਦਾਂ ਦੀ ਕੋਈ ਗੱਲ ਹੈਗੀ ਹੈ? ਮੇਰੇ ਤੋਂ ਸਰ ਸੰਨ 2010 ਤੋਂ ਮੈਂ CTP ਪਲਾਂਟ ਬਣਾਉਣਾ ਸ਼ੁਰੂ ਕੀਤਾ ਜੀ। ਸਰਕਾਰ ਨਾਲ ਲੜ ਕੇ 32 ਕਿੱਲੇ ਜਗ੍ਹਾ ਲੈ ਕੇ ਆਏ ਜੀ ਪਹਿਲਾਂ। ਉਸ ਤੋਂ ਬਾਅਦ ਸਰਕਾਰ ਨਾਲ ਲੜ ਕੇ ਸੈਂਟਰ ਦੀ ਸਬਸਿਡੀ ਪਾਸ ਕਰਾਈ, ਸਟੇਟ ਦੀ ਸਬਸਿਡੀ ਪਾਸ ਕਰਾਈ। ਬਾਕੀ ਅਫਸਰਾਂ ਨਾਲ ਲੜ ਕੇ ਪੈਸੇ ਉਹਨਾਂ ਦੇ ਖਾਤਿਆਂ 'ਚੋਂ ਕਢਾਏ ਜੀ, ਜਿਹੜੇ ਮਤਲਬ ਪੈਸੇ ਲੇਟ ਹੁੰਦੇ ਸੀਗੇ ਜੀ। ਹਰ ਜਗ੍ਹਾ ਮਨਮਾਨੀ ਕੀ ਲੜਾਈ, ਮਤਲਬ ਜਿਹੜਾ ਬੰਦਾ ਅੱਗੇ ਹੋ ਕੇ ਕੰਮ ਕਰਦਾ ਉਹਨੂੰ ਚਾਹੇ ਮਨਮਾਨੀ ਕਹਿ ਲਓ, ਜੋ ਮਰਜ਼ੀ ਕਹਿ ਲਓ ਜੀ। ਇੱਕ ਬੰਦੇ ਨੂੰ ਥੋੜ੍ਹਾ ਜਿਹਾ ਅਗਰੈਸਿਵ ਹੋਣਾ ਪੈਂਦਾ ਜਾਂ ਉਹਨੂੰ ਥੋੜ੍ਹਾ ਜਿਹਾ ਢੀਠ ਹੋਣਾ ਪੈਂਦਾ। ਉਹ ਮੈਂ ਹੈਗਾ ਜੀ, ਮੈਂ ਅਗਰੈਸਿਵ ਹੋ ਕੇ ਕੰਮ ਕੀਤਾ ਜੀ। ਹਾਂ, ਇੱਕ ਗੱਲ ਦੱਸ ਦਿਓ, ਕਦੀ ਮੈਂ ਕੋਈ ਗਲਤ ਕੰਮ ਕੀਤਾ ਹੋਵੇ ਜੀ? ਮੇਰੇ ਕਦੀ ਵੀ ਕਿਸੇ ਵੀ ਕੋਈ ਅੱਜ ਤੱਕ ਜੋ ਕੰਮ ਕੀਤਾ ਜੀ, ਮੈਂ ਸੰਨ 2010 ਤੋਂ ਲੈ ਕੇ ਹੁਣ ਤੱਕ ਸੈਂਕੜਾ ਮੀਟਿੰਗਾਂ, ਚਾਹੇ ਉਹ ਦਿੱਲੀ ਹੈ, ਚਾਹੇ ਉਹ ਆਪਣਾ ਪਟਿਆਲੇ, ਚੰਡੀਗੜ੍ਹ, ਜਾਂ ਅਸੀਂ ਕਾਫੀ ਵਾਰ ਰੁੜਕੀ ਗਏ, IIT ਰੁੜਕੀ, IIT ਦਿੱਲੀ, IIT ਆਪਣਾ ਇੰਨਾ ਕੰਮ ਕੀਤਾ ਜੀ। ਕਦੀ ਆਉਣ ਜਾਣ ਦੇ, ਕਦੀ ਟਰੈਵਲਿੰਗ ਦੇ ਪੈਸੇ ਨਹੀਂ ਲਿੱਤੇ ਜੀ, ਕਦੀ ਹੋਟਲਾਂ ਦੇ ਪੈਸੇ ਨਹੀਂ ਲਿੱਤੇ ਜੀ, ਤੇ ਕਦੀ ਵੀ ਆਪਣੇ ਖਾਣ ਪੀਣ ਦੇ ਪੈਸੇ ਵੀ ਨਹੀਂ ਪਾਏ ਅਸੀਂ ਖਾਤੇ 'ਚ। ਅਸੀਂ ਦੇ ਵਿੱਚ ਮਤਲਬ ਤੁਹਾਡੇ ਨਾਲ ਹੋਰ ਕੌਣ ਹੁੰਦਾ ਸੀ? ਪਹਿਲਾਂ ਜੀ ਮੇਰੇ ਨਾਲ ਪਵਨ ਜੀ ਸੀਗੇ ਜੀ, ਮੇਰੇ ਸਾਡੇ ਚੇਅਰਮੈਨ ਸਾਹਿਬ, ਤੇ ਇੱਕ ਸਤੀਸ਼ ਲਖਨਪਾਲ ਜੀ ਹੁੰਦੇ ਸੀ। ਸਾਡੀ 3 ਬੰਦੇ ਦੀ ਟੀਮ ਹੁੰਦੀ ਸੀਗੀ ਜੀ ਸਟਾਰਟਿੰਗ। ਮੱਕੜ ਸਾਹਿਬ ਸਾਡਾ ਕਿਸੇ ਮੀਟਿੰਗ 'ਚ ਨਹੀਂ ਗਏ ਅੱਜ ਤੱਕ। ਓਕੇ, ਠੀਕ ਹੈ ਜੀ। ਸਾਡੇ ਅਸੀਂ 3 ਬੰਦੇ ਦੀ ਟੀਮ ਹੁੰਦੀ ਸੀਗੀ ਜੀ। ਇੱਕ ਵਾਰ ਪਵਨ ਜੀ ਦੀ ਗੱਡੀ ਜਾਂਦੀ ਸੀ, ਇੱਕ ਵਾਰ ਮੇਰੀ ਗੱਡੀ ਜਾਂਦੀ ਸੀਗੀ ਜੀ। ਮਤਲਬ ਤੁਸੀਂ ਆਪਸ ਵਾਰੀ ਉਹ ਕਰਕੇ? ਹਾਂਜੀ ਹਾਂਜੀ। ਕਦੀ ਅਸੀਂ ਅੱਜ ਤੱਕ ਤੇਲ ਦਾ ਖਰਚਾ ਨਹੀਂ ਲਿੱਤਾ ਜੀ, ਕਦੀ ਕੋਈ ਖਰਚਾ ਨਹੀਂ ਲਿੱਤਾ ਜੀ। ਦਿੱਲੀ ਗਏ ਇੰਨੇ ਲੈਵਲ ਤੇ, ਮੈਂ ਆਪਣੇ ਮੈਂ BJP ਨੂੰ ਬਿਲੋਂਗ ਕਰਦਾ ਜੀ, ਤੇ ਮੈਂ ਆਪਣੇ ਪਰਸਨਲ ਰਸੂਖ ਨਾਲ ਇੰਨੇ ਮੰਤਰੀਆਂ ਨੂੰ ਮਿਲ ਕੇ, ਇੰਨੇ ਅਕਾਲੀ ਦਲ ਦੇ ਮੰਤਰੀਆਂ, ਸਾਡੀ ਸਰਕਾਰ ਸੀਗੀ BJP ਅਕਾਲੀ ਦਲ ਦੀ, ਉਹਨਾਂ ਨੂੰ ਮਿਲ ਕੇ ਆ ਜਗ੍ਹਾ ਵੀ ਲਿੱਤੀ ਜੀ ਉਦੋਂ। ਤੇ ਆਪਣੀ ਪਹਿਲਾਂ ਮਿਨਿਸਟਰੀ ਆਫ ਟੈਕਸਟਾਈਲ ਦੀ ਮੈਂ ਜੀ 75 ਕਰੋੜ ਦੀ ਸਬਸਿਡੀ ਵੀ ਪਾਸ ਕਰਾਈ ਸੀਗੀ ZLD ਪਲਾਂਟ ਵਾਸਤੇ। ਚਲੋ ਪੰਜਾਬ ਸਰਕਾਰ ਕਹਿੰਦੇ ਕਿ ਹਜੇ ZLD ਨਹੀਂ ਲੈਣਾ, ਪਹਿਲਾਂ ਤੁਸੀਂ ਸਿੰਪਲ ਕਨਵੈਨਸ਼ਨਲ CTP ਲਾਓ। ਹੁਣ ਅਸੀਂ 15 ਕਰੋੜ ਦੀ ਸਬਸਿਡੀ ਪਾਸ ਕਰਾਈ ਹੈ, ਸੈਂਕਸ਼ਨ ਹੋ ਕੇ ਸਭ ਕੁਝ ਪੈਸੇ ਵੀ ਆ ਗਏ ਆ, ਸਭ ਕੁਝ ਬਹੁਤ ਅੱਛਾ ਪ੍ਰੋਜੈਕਟ ਚੱਲਣ ਲੱਗਿਆ ਜੀ। ਤੇ ਸਾਰੇ ਮੈਂਬਰਸ ਨੂੰ ਬਹੁਤ ਬਹੁਤ ਵਧਾਈ ਹੈ ਇਹਨਾਂ ਇਲੈਕਸ਼ਨਾਂ ਦੀ। ਤੇ ਮੈਂ ਕਹਿੰਦਾ ਵੱਧ ਤੋਂ ਵੱਧ ਵੋਟਿੰਗ ਹੋਵੇ ਤੇ ਸਹੀ ਬੰਦਾ ਅੱਗੇ ਲੈ ਕੇ ਆਉਣ। ਸੋ ਫਾਈਨਲੀ ਇਹ ਕਿਹੜੀ ਜਗ੍ਹਾ ਤੇ ਵੈਨਿਊ ਕਿਹੜਾ ਰੱਖਿਆ, ਡਿਸਾਈਡ ਕੀਤਾ? ਇਹ ਨਾ ਜੀ ਹਜੇ ਜਿਹੜੇ ਪੰਜਾਬ ਸਰਕਾਰ ਦੀ ਕੋਵਿਡ ਦੀ ਗਾਈਡਲਾਈਨਸ ਆਈਆਂ, ਹਜੇ ਉਹ 15 ਤਰੀਕ ਤੱਕ ਆਈਆਂ ਹੈਗੀਆਂ। ਅਗਰ ਉਹ ਉਸ ਤੋਂ ਬਾਅਦ ਅਸੀਂ ਦੇਖਾਂਗੇ, ਹਜੇ ਕਿਸੇ ਜਗ੍ਹਾ 20 ਬੰਦਿਆਂ ਤੋਂ ਉੱਪਰ ਅਲਾਓ ਨਹੀਂ ਹੈਗਾ ਜੀ, ਕਿਸੇ ਵੀ ਜਗ੍ਹਾ ਹੋਟਲ 'ਚ ਜਾਂ ਕਿਸੇ ਜਗ੍ਹਾ ਵੀ। ਅਗਰ ਸਾਡੇ ਇਲੈਕਸ਼ਨ ਹੈਗੇ 26 ਤਰੀਕ ਤੱਕ ਹੈਗੇ ਆ, 26 ਤੱਕ ਦੇਖਾਂਗੇ ਕਿੰਨੇ ਬੰਦੇ ਅਲਾਓ ਹੁੰਦੇ ਆ ਜੀ, ਉਹਦੇ ਹਿਸਾਬ ਨਾਲ ਅਸੀਂ ਉਹਦਾ ਆਪਣਾ ਇਲੈਕਸ਼ਨ ਦਾ ਵੈਨਿਊ ਬਣਾਵਾਂਗੇ ਜੀ। ਠੀਕ ਹੈ ਜੀ, ਥੈਂਕ ਯੂ ਸਰ। ਤੇ ਦੋਸਤੋ ਇਹ ਸੀਗੇ ਬੌਬੀ ਜਿੰਦਲ ਜੀ, ਜਿਨ੍ਹਾਂ ਨੇ ਬੜਾ ਕਲੀਅਰ ਸਾਫ਼ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਬਹੁਤ ਸਾਰੇ ਜਿਹੜੇ ਮੈਂਬਰ ਹੈਗੇ ਆ ਉਹ ਰਿਜ਼ਾਈਨ ਕਰ ਚੁੱਕੇ ਹੈ ਤੇ ਕੰਮ ਰੁਕ ਰਿਹਾ ਹੈ, ਕਿਉਂਕਿ ਇੱਕ ਜਿਹੜਾ ਇੱਕ ਬੋਡੀ ਦੇ ਕੰਮ ਕਰਨ ਲਈ 4 ਤੋਂ 5 ਮੈਂਬਰਾਂ ਦੇ ਜ਼ਰੂਰਤ ਹੁੰਦੀ ਹੈ, ਸਿਗਨੇਚਰ ਦੀ ਜ਼ਰੂਰਤ ਹੁੰਦੀ ਹੈ। ਸੋ ਇੱਕ ਟੈਂਡਰਿੰਗ ਦਾ ਪ੍ਰੋਸੈਸ ਹੁੰਦਾ। ਬਹੁਤ ਸਾਰੇ ਜਿਹੜੇ PDA ਦੇ ਕੰਮ ਰੁਕ ਰਹੇ ਆ ਬਿਕੋਜ਼ ਇਸ ਟਾਈਮ ਸਿਰਫ 2 ਹੀ ਮੈਂਬਰ ਰਹਿ ਗਏ ਹੈ, ਅਸ਼ੋਕ ਮੱਕੜ ਜੀ ਤੇ ਬੌਬੀ ਜਿੰਦਲ ਜੀ। ਸੋ ਇਹਨਾਂ ਨੇ ਬੜਾ ਅੱਛੀ ਚੀਜ਼ ਕਹੀ ਹੈ। ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਇਲੈਕਸ਼ਨ ਜਿਹੜਾ ਇੱਕ ਲੋਕਤੰਤਰਿਕ ਜ਼ਰੀਆ ਹੈਗਾ, ਸੋ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਔਰ ਇਲੈਕਸ਼ਨ ਲੜਨਾ ਚਾਹੀਦਾ ਹੈ। ਔਰ ਇਹਨਾਂ ਨੇ ਇਹ ਵੀ ਬੜਾ ਕਲੀਅਰ ਕਿਹਾ ਕਿ ਕਿੱਦਾਂ ਜਿਹੜਾ ਹੈਗਾ, ਜਿਹੜੇ ਮੈਂਬਰਸ ਹੈਗੇ ਆ ਉਹਨਾਂ ਕੋਲ ਵੋਟਿੰਗ ਰਾਈਟਸ ਹੈਗਾ। ਸੋ ਜਿਹਨੂੰ ਵੋਟ ਪਾਏਗਾ, ਮੈਂਬਰਸ ਨੂੰ ਕਨਵਿੰਸ ਕਰੇਗਾ, ਉਹ ਦੁਬਾਰਾ ਜਿਹੜਾ ਹੈਗਾ ਪਾਰਟੀ ਜਿਹੜਾ ਇਹਦੇ ਵਿੱਚ PDA ਦੀ ਬੋਡੀ ਦੇ ਵਿੱਚ ਚੇਅਰਮੈਨ ਤੋਂ ਲੈ ਕੇ ਐਗਜ਼ੀਕਿਊਟਿਵ ਦੇ ਅਲੱਗ-ਅਲੱਗ ਪੋਸਟਾਂ ਦੇ ਲਈ ਚੁਣਿਆ ਜਾ ਸਕਦਾ। ਸੋ ਇਹ ਸੀ ਅੱਜ ਦੀ ਰਿਪੋਰਟ। ਇੱਦਾਂ ਹੀ ਤੁਹਾਡੇ ਨਾਲ ਅਲੱਗ-ਅਲੱਗ ਮੁੱਦਿਆਂ ਦੇ ਰੂਬਰੂ ਹੁੰਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।